हेलो स्टूडेंट्स, लास्ट टाइम ਜਿਹੜਾ ਤੁਸੀਂ ਕੰਮ ਕੀਤਾ ਸੀਗਾ that was regarding orbital ਤੇ orbit ਦੇ ਵਿੱਚ ਡਿਫਰੈਂਸ। ਤੁਹਾਨੂੰ ਮੈਂ ਇਹ ਹੁਣ ਤੱਕ ਜਿਹੜਾ ਲੈਸਨ ਤੁਸੀਂ ਕਰ ਲਿਆ ਇਹਦੇ 'ਚ orbit ਦਾ ਕਨਸੈਪਟ ਜਿਹੜਾ ਤਕਰੀਬਨ ਖਤਮ ਹੋ ਜਾਂਦਾ ਹੈ ਤੇ ਨੈਕਸਟ ਜਿਹੜਾ ਉਹ orbital ਦਾ ਕਨਸੈਪਟ ਆਉਂਦਾ ਹੈ which is a probability। probability ਦਾ ਮਤਲਬ ਹੈ ਪੋਸੀਬਿਲਿਟੀ ਹੈ ਕਿ ਇਲੈਕਟ੍ਰੋਨ ਜਿਹੜਾ ਹੈ ਉਹ ਕਿਧਰੇ ਵੀ ਪਿਆ ਹੋ ਸਕਦਾ ਹੈ, ਇੱਕ ਖਾਸ ਰੀਜਨ ਦੇ ਵਿੱਚ 3 ਡਾਇਮੈਂਸ਼ਨਸ ਦੇ ਵਿੱਚ ਉਹ ਇਲੈਕਟ੍ਰੋਨ ਦੀ ਪ੍ਰੈਜ਼ੈਂਸ ਜਿਹੜੀ ਹੈ ਕਿਧਰੇ ਵੀ ਹੋ ਸਕਦੀ ਹੈ। ਇਹ ਪ੍ਰੈਜ਼ੈਂਸ ਜਿਹੜੀ ਹੈ ਉਹ ਸਫੈਰੀਕਲ ਵੀ ਹੋ ਸਕਦੀ ਹੈ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ। ਇਹ ਪ੍ਰੈਜ਼ੈਂਸ ਜਿਹੜੀ ਹੈ ਜਾਂ ਪ੍ਰੋਬੇਬਿਲਿਟੀ ਜੇ ਅਸੀਂ ਕਹਿ ਲਈਏ ਕਿ ਇਲੈਕਟ੍ਰੋਨ ਦੀ ਪ੍ਰੋਬੇਬਿਲਿਟੀ ਜਿਹੜੀ ਹੈ ਉਹ ਡਬਲ ਸ਼ੇਪ ਵੀ ਹੋ ਸਕਦੀ ਹੈ। ਇਹ ਪ੍ਰੋਬੇਬਿਲਿਟੀ ਜਿਹੜੀ ਹੈ ਡਬਲ ਸ਼ੇਪ ਵੀ ਹੋ ਸਕਦੀ ਹੈ। ਮੈਂ ਥੋੜ੍ਹਾ ਜਿਹਾ ਕੰਮ ਤੁਹਾਨੂੰ ਐਡਵਾਂਸ ਵਿੱਚ ਕਰਾ ਗਿਆ ਸੀ। that was regarding orbital structure ਜਿਹੜੀ ਸੀਗੀ ਉਹ S ਦੀ spherical, P ਦੀ ਡੰਬਲ ਸ਼ੇਪ, D ਦੀ D ਐਂਡ F ਦੀ ਜਿਹੜੀ ਡਬਲ ਸ਼ੇਪ ਜਿਹੜੀ ਉਹ ਬਣ ਜਾਂਦੀ ਸੀ। ਪਰ ਲੇਕਿਨ ਅੱਜ ਜਿਹੜੀ ਡਿਸਕਸ਼ਨ ਅਸੀਂ ਕਰਨੀ ਹੈ that is ਕੁਆਂਟਮ ਨੰਬਰ, ਇਹਦੇ 'ਚ ਹਰ ਇੱਕ ਚੀਜ਼ ਕਲੀਅਰ ਹੋ ਜਾਏਗੀ। ਕੁਆਂਟਮ ਨੰਬਰ ਜਿਹੜਾ ਹੈ this is we can say ਕਿ this is all information of electron around the ਨਿਊਕਲੀਅਸ ਜਾਂ ਐਟਮ ਦੇ ਬਾਰੇ ਸਾਰੀ ਇਨਫੋਰਮੇਸ਼ਨ ਹੈ। ਜਿਸ ਤਰ੍ਹਾਂ ਇੱਕ ਪੋਸਟਲ ਐਡਰੈਸ ਜਿਹੜਾ ਹੁੰਦਾ ਹੈ ਕਿ ਤੁਸੀਂ ਜਿਹਨੂੰ ਵੀ ਲੈਟਰ ਪੋਸਟ ਕਰਨਾ ਹੈ ਉਹਦਾ ਨਾਮ ਲਿਖਦੇ ਹੋ, ਫਿਰ ਗਲੀ ਮਹੱਲਾ ਲਿਖਦੇ ਹੋ, ਫਿਰ ਤੁਸੀਂ ਏਰੀਆ ਲਿਖਦੇ ਹੋ, ਫਿਰ ਤੁਸੀਂ ਸਿਟੀ ਲਿਖਦੇ ਹੋ, ਫਿਰ ਸਟਰੀਟ ਲਿਖਦੇ ਹੋ। ਜਸਟ ਲਾਈਕ ਦੈਟ ਕੁਆਂਟਮ ਨੰਬਰ ਜਿਹੜੇ ਨੇ ਉਹ ਟੋਟਲੀ ਐਡਰੈਸ ਹੈ ਕਿ ਇਲੈਕਟ੍ਰੋਨਸ ਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਕਿੱਥੇ ਹੋ ਸਕਦੀ ਹੈ, ਜਾਂ ਉਹਦੀ ਓਰੀਐਂਟੇਸ਼ਨ ਕੀ ਹੋਏਗੀ, ਜਾਂ ਉਹਦੀ ਸ਼ੇਪ ਕੀ ਹੋਏਗੀ, ਕਿੱਥੇ ਕਿੰਨੀ ਕੁ ਦੂਰੀ ਦੇ ਉੱਤੇ ਪਿਆ ਹੋਏਗਾ। ਇਹ ਸਾਰੀ ਚੀਜ਼ ਜਿਹੜੀ ਹੈ ਕੁਆਂਟਮ ਨੰਬਰ ਨਾਲ ਪਤਾ ਲੱਗਦੀ ਹੈ। ਵੀ ਕੈਨ ਸੇ ਦੈਟ ਕੁਆਂਟਮ ਨੰਬਰ, ਇੱਥੇ ਡੈਫੀਨੇਸ਼ਨ ਲਿਖੀ ਹੋਈ ਹੈ, ਇਟ ਇਜ਼ ਡਿਫਾਈਨਡ ਐਜ਼ ਅ ਸੈਟ ਆਫ ਨੰਬਰ with the help of which we can define the electron present in a atom completely। ਉਹੀ ਗੱਲ ਹੋ ਗਈ ਸਾਰੀ ਇਨਫੋਰਮੇਸ਼ਨ ਇਲੈਕਟ੍ਰੋਨ ਦੀ ਅਰਾਊਂਡ ਦਾ ਨਿਊਕਲੀਅਸ। ਇਹ ਕੁਆਂਟਮ ਨੰਬਰ ਜਿਹੜੇ ਨੇ ਇਹ 4 ਤਰ੍ਹਾਂ ਦੇ ਹੁੰਦੇ ਨੇ। One is principal quantum number। ਇਹਨੂੰ ਅਸੀਂ n ਨਾਲ ਰਿਪਰੈਜ਼ੈਂਟ ਕਰਦੇ ਹਾਂ, ਸਮਾਲ n, ਸਮਾਲ ਲੈਟਰ ਲਿਖਣਾ। ਪ੍ਰਿੰਸੀਪਲ ਕੁਆਂਟਮ ਨੰਬਰ, ਇਹਨੂੰ ਰੇਡੀਅਲ ਕੁਆਂਟਮ ਨੰਬਰ ਵੀ ਬੋਲਦੇ। ਨਾਂ ਜਿਹੜੇ ਨੇ ਉਹ ਦੂਸਰੇ ਵੀ ਚੱਲਦੇ ਨੇ, ਪਰ ਲੇਕਿਨ ਅਸੀਂ ਇੱਕ ਨਾਂ ਜਿਹੜਾ ਉਹਨੂੰ ਯਾਦ ਕਰਨਾ। रेडियल क्वांटम नंबर भी बोलते। नेक्स्ट इज एंगुलर क्वांटम नंबर। एंगुलर क्वांटम नंबर, एंगुलर क्वांटम नंबर L स्मॉल लैटर L दे नाल रिप्रेजेंट किया जाता है। और इसका एक बड़ा ही मशहूर ना है एजीमुथल क्वांटम नंबर। Azimuthal quantum number। Next is magnetic quantum number। Third is magnetic quantum number। ਇਹਨੂੰ small m ਦੇ ਨਾਲ ਰਿਪਰੈਜ਼ੈਂਟ ਕਰਨਾ। ਬੁੱਕਸ ਦੇ ਵਿੱਚ ਹੋ ਸਕਦਾ ml ਵੀ ਲਿਖਿਆ ਹੋ ਸਕਦਾ, ਤੁਸੀਂ ਜਿਹੜਾ m ਦੇ ਨਾਲ ਹੀ ਰਿਪਰੈਜ਼ੈਂਟ ਕਰ ਲਓ, ਚੱਲੇਗਾ। ਐਂਡ ਫੋਰਥ ਇਜ਼ ਸਪਿਨ ਕੁਆਂਟਮ ਨੰਬਰ। ਇਹਨੂੰ ਅਸੀਂ ਸਮਾਲ s ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਹੁਣ ਇਹ 4 ਤਰ੍ਹਾਂ ਦੇ ਕੁਆਂਟਮ ਨੰਬਰ ਨੇ। ਪ੍ਰਿੰਸੀਪਲ ਕੁਆਂਟਮ ਨੰਬਰ, ਮੁੱਖ, ਮੇਨ, PAL ਪ੍ਰਿੰਸੀਪਲ ਕੁਆਂਟਮ ਨੰਬਰ, ਐਂਗੂਲਰ ਜਾਂ ਐਜ਼ੀਮੂਥਲ ਕੁਆਂਟਮ ਨੰਬਰ, ਮੈਗਨੈਟਿਕ ਕੁਆਂਟਮ ਨੰਬਰ ਤੇ ਸਪਿਨ ਕੁਆਂਟਮ ਨੰਬਰ। ਦੇਖੋ ਹਰ ਕੁਆਂਟਮ ਨੰਬਰ ਦਾ ਇੱਕ ਆਪਣਾ ਫੰਕਸ਼ਨ ਹੈ, ਇੱਕ ਆਪਣੀ ਐਕਸਪਲੇਨੇਸ਼ਨ ਹੈ, ਜਾਂ ਇੱਕ ਆਪਣੀ ਇਨਫੋਰਮੇਸ਼ਨ ਹਰੇਕ ਕੁਆਂਟਮ ਨੰਬਰ ਨੇ ਦੇਣੀ ਹੈ। ਲਾਈਕ ਪ੍ਰਿੰਸੀਪਲ ਕੁਆਂਟਮ ਨੰਬਰ ਸਾਨੂੰ ਦੱਸਦਾ ਕਿ ਇਲੈਕਟ੍ਰੋਨ ਦੀ ਦੂਰੀ ਨਿਊਕਲੀਅਸ ਤੋਂ ਕਿੰਨੀ ਕੁ ਹੋ ਸਕਦੀ ਹੈ, ਠੀਕ ਹੈ। ਐਂਗੂਲਰ ਜਾਂ ਐਜ਼ੀਮੂਥਲ ਕੁਆਂਟਮ ਨੰਬਰ ਸਾਨੂੰ ਦੱਸਦਾ ਕਿ ਜਿਹੜਾ ਪਹਿਲਾ ਸ਼ੈਲ ਹੈ ਜਾਂ ਜਿਹੜੀ ਪਹਿਲੀ ਪ੍ਰੋਬੇਬਿਲਿਟੀ ਹੈ ਉਹਦੇ ਅੱਗੇ ਉਹਦੇ ਕੋਈ ਪਾਰਟਸ ਤੇ ਨਹੀਂ ਹੈਗੇ, ਜਿਹਨਾਂ ਨੂੰ ਅਸੀਂ ਸਬ ਸ਼ੈਲ ਬੋਲਦੇ, ਕੋਈ ਪਾਰਟਸ ਤੇ ਨਹੀਂ ਹੈ। ਮੈਗਨੈਟਿਕ ਕੁਆਂਟਮ ਨੰਬਰ ਦੱਸਦਾ ਹੈ ਕਿ ਜੇ ਪਾਰਟਸ ਹੈਗੇ ਨੇ
ਤੇ ਉਹਨਾਂ ਦੀ ਪ੍ਰੋਪਰ ਓਰੀਐਂਟੇਸ਼ਨ ਕੀ ਹੈ, ਉਹਨਾਂ ਦੀ ਡਾਇਰੈਕਸ਼ਨਸ ਕੀ ਨੇ। ਤੇ ਸਪਿਨ ਕੁਆਂਟਮ ਨੰਬਰ ਦੱਸਦਾ ਕਿ ਇੱਕ ਜਿਹੜਾ ਆਰਬਿਟਲ ਹੈ ਉਹਦੇ 'ਚ ਜਿਹੜੇ ਇਲੈਕਟ੍ਰੋਨਸ ਨੇ ਉਹ ਕਿਸ ਤਰ੍ਹਾਂ ਦੀ ਸਪਿਨ ਕਰਦੇ, ਕਿਸ ਤਰ੍ਹਾਂ ਦੀ ਮੂਵਮੈਂਟ ਕਰਦੇ ਹੋਇਆਂ ਦੀ ਉਹਨਾਂ ਦੀ ਪ੍ਰੋਬੇਬਿਲਿਟੀ ਜਿਹੜੀ ਹੈ ਉਹ ਕਿਸ ਤਰ੍ਹਾਂ ਉਸ ਪ੍ਰੋਬੇਬਿਲਿਟੀ ਦੇ ਵਿੱਚ ਮੂਵ ਕਰਦੇ। ਇਹ ਸਾਰੀ ਇਨਫੋਰਮੇਸ਼ਨ ਇਹਨਾਂ ਤੋਂ ਪਤਾ ਲੱਗਦੀ ਹੈ। ਹੁਣ ਇਹਦੇ ਵਿੱਚ ਇੱਕ ਮੈਂ ਵਾਰੀ ਐਕਸਪਲੇਨ ਕਰਾਂਗਾ ਇਹਨਾਂ ਨੂੰ ਨੋਟ ਕਰ ਲਓ ਇੱਕ ਵਾਰੀ। सब तो पहले आ जाता है प्रिंसिपल क्वांटम नंबर। इट इज रिप्रेजेंटेड बाय n। जिस तरह मान लो कि यह न्यूक्लियस है, न्यूक्लियस तो एक खास दूरी के उत्ते इलैक्ट्रॉन की प्रेजेंस, इलैक्ट्रॉन प्रेजेंट जिहड़ा उहदी प्रेजेंस हो सकती है एक खास दूरी के उत्ते, से एनी दूरी है या एनी दूरी के उत्ते हो सकता है, या एनी दूरी के उत्ते हो सकता है, एंड सो ऑन, या एनी दूरी के उत्ते हो सकता है। प्रिंसिपल क्वांटम नंबर सानू दसदा है कि इलैक्ट्रॉन की प्रेजेंस कितनी दूरी के उत्ते है। इट इज रिप्रेजेंटेड बाय n एंड n मे बी 1 2 3 एंड सो ऑन। n is equal to 1, n is equal to 2, n is equal to 3 and n is equal to 4 and 5 and 6 and so on। जे अगे तुरया जांदा काम। हुण इहदे च जो तुसीं बुक्स विच एक्सप्लेनेशन इहदी पढ़ोगे उहदे च एक एनर्जी कैलकुलेट कीती होएगी। मैं हाली इत्थे डिस्कस नहीं कर रहा, वो बाद च तुहानूं दस दांगा। उहदे बेस्ड अपॉन न्यूमेरिकल भी आ जाते हैं और वो एनर्जी हमेशा नैगेटिव वैल्यू होंदी। देखो इलैक्ट्रॉन जदों न्यूक्लियस वाल मूव करता है उतों उतले लैवल तो जो थर्डे लैवल के उत्ते मूव करता है एनर्जी लूज होंगी। जो भी असी उपरले लैवल तो थर्डे लैवल वाल जाने एनर्जी नैगेटिव होंगी, एनर्जी जी लूज होंगी है। हमेशा उतले लैवल पर आने होया एनर्जी कंज्यूम होंगी, एनर्जी लगती है। हुण इहदे च गल आ गई प्रिंसिपल क्वांटम नंबर की कि प्रिंसिपल क्वांटम नंबर सानूं दसदा कि मैक्सीमम दूरी जी कितनी हो सकती है। सिंपल शब्दां च असीं इन्हां नूं शैल का नाम ही दिता, करना पेगा शैल मान के चलना पेगा कि इन्नी की दूरी के उत्ते इलैक्ट्रॉन जिहड़ा वो हो सकता है। दैट्स ऑल, मैं बस इन्ने तुहानूं दसना। सैकेंड इज एजीमुथल क्वांटम नंबर विच इज रिप्रेजेंटेड बाय L, और एंगुलर क्वांटम नंबर, एजीमुथल क्वांटम नंबर और एंगुलर क्वांटम नंबर। हुण एजीमुथल क्वांटम नंबर जिहड़ा नैक्सट इज एजीमुथल क्वांटम नंबर। यह सानू रिगार्डिंग सब शैल इंफॉर्मेशन देता है। इंपॉर्टेंट है कि सब शैल की है। सब शैल का मतलब है शैल दे नैक्सट पार्ट सब शैल्स। ये सब शैल दे विच डिवाइडेड है एक किस तरह। लेट अस सी, इट इज रिप्रेजेंटेड बाय L एंड L इज इक्वल टू L की जी वैल्यू जी है वो होंगी है 0 to n-1 when n is equal to 1। जदों n 1 होवे then L will be equal to 0 to n-1, because 0 to n is equal to 1, 1 minus 1 that is 0। इत्थे 0 का मतलब एक वैल्यू है। 0 means one value, 0 means nil नहीं है। इत्थे 0 का मतलब है एक वैल्यू। when n is equal to 2, n is equal to 2, n is equal to 0 to n minus 1 that is 0 to 2 minus 1 that is 0 तो एक 0 to
1 दैट इज 0 एंड 1। ਇਹਦਾ ਮਤਲਬ ਦੋ ਵੈਲਿਊਜ਼ ਨੇ, ਜਦੋਂ n ਇਜ਼ੀਕਲ ਟੂ 2 ਹੈ, n ਇਜ਼ੀਕਲ ਟੂ 2 ਇੱਕ ਸ਼ੈਲ ਹੈ, ਉਹਦੇ ਅੱਗੇ ਦੋ ਸਬ ਸ਼ੈਲ ਨੇ। when n ਇਜ਼ੀਕਲ ਟੂ 3 l ਕੀ ਹੋ ਜਾਏਗਾ 0 to 3 minus 1 n minus 1 है ना, हो जाएगा 0 to 2 that is 0 1 and 2, 0 ਤੋਂ ਲੈ ਕੇ 2 ਤੱਕ ਉਹ 'ਚ 1 ਵੀ ਆ ਗਿਆ। ਹੁਣ ਇਹਨੂੰ ਡਾਇਗਰਾਮੈਟਿਕਲੀ ਦੇਖੋ ਕਿ when n is equal to 1 n ਦੀ ਵੈਲਿਊ ਇੱਕੋ ਹੀ ਸੀਗੀ, ਮਤਲਬ ਸਬ ਸ਼ੈਲ ਇਹਦਾ ਇੱਕੋ ਹੀ ਹੈ ਜਿਹਦੀ ਵੈਲਿਊ 0 ਹੈ। ਇਹ ਇੱਕ ਵੈਲਿਊ ਹੈ। when n is equal to 2 l ਦੀਆਂ ਦੋ ਵੈਲਿਊਜ਼ ਆਈਆਂ, ਮਤਲਬ ਕਿ ਸਬ ਸ਼ੈਲ ਦੋ ਨੇ, ਇੱਕ 0 ਇੱਕ 1। when n is equal to 3 l ਦੀਆਂ 3 ਵੈਲਿਊਜ਼ ਆ ਰਹੀਆਂ ਨੇ, ਇਹਦਾ ਮਤਲਬ ਤਿੰਨ ਸਬ ਸ਼ੈਲ ਨੇ 0 1 ਤੇ 2, 0 1 ਤੇ 2। ਜੇ 4 ਕਰਾਂਗੇ ਤੇ 4 ਵੈਲਿਊਜ਼ ਹੋ ਜਾਣਗੀਆਂ 0 1 2 ਐਂਡ 3। ਇਹ ਡਾਇਗਰਾਮ ਸਿਰਫ ਸਮਝਣ ਵਾਸਤੇ ਸਬ ਸ਼ੈਲਸ ਨੇ। ਹੁਣ ਇਹਨਾਂ ਸਬ ਸ਼ੈਲਸ ਨੂੰ ਸਿੰਪਲ ਲੈਂਗੁਏਜ ਯਾਦ ਰੱਖੋ ਕਿ these are orbitals। 0 ਰਿਪਰੈਜ਼ੈਂਟ ਕਰਦਾ ਹੈ s orbital ਨੂੰ, 1 ਰਿਪਰੈਜ਼ੈਂਟ ਕਰਦਾ ਹੈ p orbital ਨੂੰ, 2 ਰਿਪਰੈਜ਼ੈਂਟ ਕਰਦਾ ਹੈ d orbital ਨੂੰ, ਤੇ 3 ਰਿਪਰੈਜ਼ੈਂਟ ਕਰੇਗਾ f orbital। ਇਹ ਗੱਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹਨੂੰ ਯਾਦ ਰੱਖੋ, ਇਹਦੇ ਤੋਂ ਬਗੈਰ ਸਮਝ ਨਹੀਂ ਆਏਗੀ। ਕਮਿਟ ਟੂ ਯੂਰ ਮੈਮਰੀ, ਆਪਣੀ ਮੈਮਰੀ ਮੈਮੋਰਾਈਜ਼ ਕਰੋ ਇਸ ਚੀਜ਼ ਨੂੰ। ਇਟ ਮੀਨ ਐਂਗੂਲਰ ਕੁਆਂਟਮ ਨੰਬਰ ਜਾਂ ਐਜ਼ੀਮੂਥਲ ਕੁਆਂਟਮ ਨੰਬਰ tells about orbital। ਸਬ ਸ਼ੈਲ ਔਰ orbital ਅਸੀਂ ਕਹਿ ਦਿੱਤਾ ਨਾ, ਸਬ ਸ਼ੈਲ ਨੂੰ ਸਿੰਪਲ ਲੈਂਗੁਏਜ ਅਸੀਂ ਕਿ ਬੋਲਦੇ ਹਾਂ, ਪਰ ਉਹ ਐਕਚੁਅਲੀ ਹੈ ਕੀ ਹੈ orbital। 0 ਵੈਲਿਊ ਰਿਪਰੈਜ਼ੈਂਟ ਕਰਦੀ ਹੈ s orbital ਨੂੰ, 1 ਵੈਲਿਊ ਰਿਪਰੈਜ਼ੈਂਟ ਕਰਦੀ ਹੈ p orbital ਨੂੰ, 2 ਵੈਲਿਊ ਰਿਪਰੈਜ਼ੈਂਟ ਕਰਦੀ ਹੈ d orbital ਨੂੰ, 3 ਰਿਪਰੈਜ਼ੈਂਟ ਕਰਦੀ ਹੈ f orbital। ਇਟ ਮੀਨ when n is equal to 1 there is one orbital, only one orbital is there, that is s orbital। ठीक है। when n is equal to 2 there are two orbital, which one, s and p। when n is equal to 3 there are 3 orbitals, s p and d। when n is equal to 4 there are present 4 type of orbital, s p d and f। ਚਾਰੇ ਤਰ੍ਹਾਂ ਦੇ ਜਿਹੜੇ ਨੇ orbital ਹੋ ਜਾਣਗੇ। it means when n is equal to 1 ਇਹ s ਹੈ ਤੇ ਇਹਨੂੰ ਅਸੀਂ 1s ਲਿਖਦੇ ਹਾਂ, ਕੋਈ ਹਰ ਰਿਸ਼ਤੇ ਨਹੀਂ। 1 mean principal quantum number, तो 1 पहला शैल या एक खास दूरी। when n is equal to 2 ए की हो जाएगा 2s, 1 की हो जाएगा 2p। ओके। when n is equal to 3 ए की हो जाएगा 3s, ए की हो जाएगा 3p, ए की हो जाएगा 3d। ਜਿਹੜਾ 1 2 3 ਨਾਲ ਲੱਗ ਰਿਹਾ ਹੈ ਪ੍ਰਿੰਸੀਪਲ ਕੁਆਂਟਮ ਨੰਬਰ ਨਾਲ ਲੱਗ ਰਿਹਾ ਹੈ। when n is equal to 4 ਇਹ ਕੀ ਹੋ ਜਾਏਗਾ 4s 4p 4d and 4f। ਪਤਾ ਲੱਗ ਰਿਹਾ? ਫਿਰ ਤੋਂ ਇੱਕ ਵਾਰੀ ਰਿਪੀਟ ਕਰ ਦੇਣਾ। ਪ੍ਰਿੰਸੀਪਲ ਕੁਆਂਟਮ ਨੰਬਰ tells about the distance between electron and nucleus। okay, we can say it may be shell। simple language कहता है, इसे कहता है this is shell। azimuthal quantum number या angular quantum number tells about subshells of the main shell, means orbitals। subshell और orbital एक ही चीज़ है।
and its value can be calculated by the formula L is equal to 0 to n minus 1. ਇਹ formula याद कर 0 to n minus 1. J n is equal to 1 if n is equal to 1, L is equal to 0, 0 to 1 minus 1, 0, equal value है, single value is there. N is equal to 2, there are two values 0 and 1. मैं बार बार कह रहे हैं 0 is a value and 0 is representing s orbital and 1 is representing p orbital, 2 representing d orbital and 3 f orbital. देखो जिन्ने भी एलिमेंट हुण तक मिले ने ਉਹਨਾਂ 'ਚ ਜਿਹੜਾ ਇਲੈਕਟ੍ਰੋਨ ਦਾ ਅਰੇਂਜਮੈਂਟ ਹੈ ਉਹ ਐਫ ਆਰਬਿਟਲ ਤੱਕ ਹੀ ਗਿਆ। ਇਹ ਚੀਜ਼ ਨੂੰ ਅਸੀਂ ਬੋਲਦੇ ਹਾਂ ਕਨਫੀਗਰੇਸ਼ਨ। ਉਹ ਨੈਕਸਟ ਪਾਰਟ ਤੁਹਾਨੂੰ ਮੈਂ ਕਰਵਾਉਣਾ। ਐਫ ਤੋਂ ਅੱਗੇ ਨਹੀਂ ਗਿਆ, ਪਰ ਸਾਇੰਟਿਸਟ ਇਹ ਕਹਿ ਗਏ ਨੇ ਕਿ ਜੇ ਇਸ ਤੋਂ ਅੱਗੇ ਵੀ ਕਿਧਰੇ ਕੋਈ ਆਰਬਿਟਲ ਦੀ ਪ੍ਰੈਜ਼ੈਂਸ ਹੋਏਗੀ ਤੇ ਉਹਦਾ ਨਾਂ ਜੀ ਹੋਏਗਾ। ਹਾਲੇ ਤੱਕ ਉਹ ਆਇਆ ਨਹੀਂ, ਜੀ ਜਾਂ ਐਚ ਹੋਏਗਾ, ਹਾਲੇ ਤੱਕ ਉਹ ਆਇਆ ਨਹੀਂ। जे इन्ना पता लग गया, आई एम गोइंग टू एक्सप्लेन मैग्नेटिक क्वांटम नंबर। फॉर्मूला में लिखे रहने दो। थर्ड इज मैग्नेटिक quantum number represented by m। मैग्नेटिक क्वांटम नंबर देखो जड़ी चीज़ भी एक स्टेशनरी चीज़ के आले दुआले मूव करे किसी तरीके नाल ਉਹਦੇ 'ਚ एक मैग्नेटिक करैक्टर आ जाता है। लाइक अर्थ मूव्स अराउंड सन एंड अर्थ बिहेव एज ए ग्रेट मैगनेट, ਜਿਹਦੇ दो पोल्स ने, एक नॉर्थ पोल है एक साउथ पोल है। सिमिलरली जे इलैक्ट्रॉन की प्रेजेंस ही कहने हैं कि इलैक्ट्रॉन स्पिन करता होया एक खास एरिए दे विच उहदी प्रोबेबिलिटी बढ़ती पई है। वो प्रोबेबिलिटी स्फेरिकल भी हो सकती है, वो प्रोबेबिलिटी जिहड़ी है वो डबल शेप भी हो सकती है, डबल भी हो सकती है। तो ਉਹਦੀ ਜਿਹੜੀ स्पिन है या ਉਹਦੀ ਜਿਹੜੀ मूवमेंट है वो एक मैगनैटिक बिहेवियर शो करेगी। ਜਦੋਂ मैगनैटिक बिहेवियर की गलबात आ जाती है, इट मीन कि दीज probabilities are present in a particular direction। ਇਹਨਾਂ ਦੀ ਇੱਕ particular direction ਹੈ, ਇੱਕ particular axis ਹੈਗੇ ਨੇ। ਉਹ axis x, y and z। z axis ਮੈਂ ਤੁਹਾਨੂੰ ਦੱਸਿਆ 3 dimensions ਜਿਹੜੀਆਂ ਨੇ ਉਹ ਅਸੀਂ ਜਿਹੜੇ ਮੇਜਰ ਕਰਦੇ ਜਾਂ ਉਹਨਾਂ ਦੀ ਜਿਹੜੀ ਗੱਲਬਾਤ ਕਰਦੇ ਹਾਂ। x axis ਤੇ y axis ਤੇ z axis ਜਿਹੜੀ ਹੈ ਉਹ ਜਿਹੜੀ ਤੁਹਾਡੇ ਵੱਲ ਪੁਆਇੰਟ ਆਊਟ ਕਰਦੀ ਹੈ, that is z axis। ਇਟ ਮੀਨ ਮੈਗਨੈਟਿਕ ਕੁਆਂਟਮ ਨੰਬਰ ਨੇ ਸਾਨੂੰ ਦੱਸਣਾ ਹੈ कि इन्हां दियां जिहड़े सब शैल्स हैगे ने, जिहड़े ऑर्बिटल्स ने, इन्हां दियां अगे ओरीएंटेशनस की ने। ओरीएंटेशनस का मतलब ये किहड़ी डायरैक्शनस जिहड़ियां ने वो अडैप्ट करदे। तो मैगनैटिक क्वांटम नंबर दा जे असीं फॉर्मूलेशन करिए, इहदी फॉर्मूलेशन हुंदी है m इज इक्वल टू 2l प्लस 1, या मैं दोनों तरीके नाल तुहानूं दस्सांगा m इज इक्वल टू माइनस l टू पॉजिटिव l, माइनस L टू पॉजिटिव L। हुण इनू कैलकुलेट किवें करना, लेट अस सी। वैन n इज इक्वल टू 1, जदों n इज इक्वल टू 1 प्रिंसिपल क्वांटम नंबर 1 है। L की सी 0 टू n माइनस 1, मतलब कि 0 एक वैल्यू आई सी, दैट इज 0। वो 0 किनू रिप्रेजेंट कर रहा सी, s ऑर्बिटल नू। तो m की हो जाएगा 2l प्लस 1, 2l प्लस 1 मीन्स 2 इंटू 0 प्लस 1, मतलब कि 1 एक वैल्यू, सिंगल वैल्यू। इट मीन एदा एक्सिस कोई भी नहीं है, एदा ए एज ए स्फेरिकल मूव करता पाया, एदी एक वैल्यू है। जे दूजा फॉर्मूला लाइए माइनस l टू पॉजिटिव l, m इज इक्वल टू माइनस l माइनस 0 टू पॉजिटिव l 0 प्लस 0, 0 प्लस 0 का मतलब एक ही है। मतलब 0 प्लस माइनस हो गए 0 ही रहनी, मतलब कि सिंगल
एक वैल्यू L इज इक्वल टू 1 हो गया। हुण when n इज इक्वल टू 2 L दियां दो वैल्यूज आईयां सीगियां 0 ते 1 0 एंड 1 कीता क्योंकि L की सी 0 टू n माइनस 1 n की है 2 2 माइनस 1 1 आ गया 0 टू 1 m की हो जाएगा 2l प्लस 1 2 इंटू 0 नाल दे असीं कर लिया कि इको वैल्यू रहनी है 1 ना करके देखिए 1 प्लस 1 2 प्लस 1 इज इक्वल टू 3 ਇਹਦਾ मतलब है कि जड़ा प्रिंसिपल क्वांटम नंबर 2 ਦੇ ਵਿੱਚ p ऑर्बिटल है ਉਹਦੀਆਂ ਅੱਗੇ ਤਿੰਨ ओरिएंटेशंस ਨੇ ਉਹਦੀਆਂ ਅੱਗੇ 3 ओरिएंटेशंस ਨੇ ਇਹ ਤਿੰਨ ਵੈਲਿਊ ਇਹ ਕਹਿ ਰਹੀ ਹੈ ਤੇ ਜੇ ਮੈਂ ਇਧਰ ਕੱਢਾਂ -L2 ਪੋਜ਼ਿਟਿਵ L -1 2 ਪੋਜ਼ਿਟਿਵ 1 ਹੁਣ ਦੇਖੋ -1 ਤੋਂ ਪੋਜ਼ਿਟਿਵ 1 ਜਾਂਦੇ ਤਿੰਨ ਵੈਲਿਊਜ਼ ਆ ਜਾਂਦੀਆਂ -1 0 +1 जो ग्राफ ड्रॉ करते हो ਇਹ 0 ਲੈਂਦੇ ਹੋ ਉਤਲੀ ਸਾਰੀ ਸਕੇਲ ਜਿਹੜੀ ਹੈ ਪੋਜ਼ਿਟਿਵ ਹੁੰਦੀ ਹੈ ਥੋੜੀ ਸਕੇਲ ਜਿਹੜੀ ਹੈ ਮਾਈਨਸ ਹੁੰਦੀ ਹੈ ਹੁਣ ਆ ਪੋਜ਼ਿਟਿਵ 1 ਹੋ ਜਾਏਗਾ 0 ਆ -1 ਇੱਥੋਂ ਪੋਜ਼ਿਟਿਵ 1 ਤੋਂ ਲੈ ਕੇ -1 ਵੱਲ ਜਾਂਦੇ 0 ਵਿੱਚ ਆ ਗਿਆ ਓਕੇ 3 ਵੈਲਿਊਜ਼ ਇਹਦਾ ਮਤਲਬ ਹੈ ਜਿਹੜਾ p ऑर्बिटल ਹੁੰਦਾ ਹੈ ਉਹਦੀਆਂ ਅੱਗੇ 3 ओरिएंटेशंस ਹੁੰਦੀਆਂ ਨੇ ਕਿਹੜੀਆਂ ਕਿਹੜੀਆਂ -1 0 ਤੇ +1 -1 0 ਤੇ +1 ਹੁਣ ਇਹ ਚੀਜ਼ ਮੈਂ ਤੁਹਾਨੂੰ ਪਿਛਲੇ ਲੈਕਚਰ 'ਚ ਦੱਸ ਆਇਆ ਕਿ p ऑर्बिटल ਤਿੰਨ ਟਾਈਪ ਦਾ ਹੁੰਦਾ ਹੈ px py ਤੇ pz ਇਹ ਹੁਣ ਯਾਦ ਰੱਖਿਓ ਇਹ p ऑर्बिटल ਭਾਵੇਂ 2p ਹੋਵੇ 3p ਹੋਵੇ 4p ਹੋਵੇ कोई भी p ऑर्बिटल जड़ा है ਉਹਦੀਆਂ है कि तीन ओरिएंटेशंस ने px py pz ਤੇ ਮੈਗਨੈਟਿਕ ਕੁਆਂਟਮ ਨੰਬਰ ਸਾਨੂੰ ਇਹ ਦੱਸ ਰਿਹਾ ਹੈ ਇਹਦੀਆਂ 3 ओरिएंटेशंस ਨੇ ਉਹਦੇ ਫਾਰਮੂਲੇ ਦੇ ਨਾਲ ਪਤਾ ਲੱਗ ਰਿਹਾ ਹੈ ਕਿ m 2l + 1 l ਦੀ ਵੈਲਿਊ 1 ਜਦੋਂ ਪੁੱਟ ਕੀਤੀ ਕਿਉਂਕਿ l ਦੀ ਵੈਲਿਊ 0 ਬਾਰ-ਬਾਰ ਕਿਉਂ ਪੁੱਟ ਕਰਨੀ 0 ਨਾਲ ਇੱਕੋ ਹੀ ਵੈਲਿਊ ਆਣੀ ਹੈ ਦੈਟ ਇਜ਼ s ਇੱਕੋ ਹੀ ਉਹਦੀ ओरिएंटेशन ਇੱਕੋ ਹੀ ਰਹਿਣੀ ਹੈ s ਇੱਕੋ ਹੀ ਰਹਿੰਦਾ कोई एस एक्स या एक्स वाई या एस जेड नहीं होंदा एस इक्को ही रहिंदा पी एक्स पी वाई पी जेड हुंदे ने मतलब 3 ओरिएंटेशंस पी एक्स पी वाई पी जेड हुण इन्हां च एक्स वाई जेड किहड़ा वो मैं बाद तुहानूं दसदा वो साइन कन्वेंशनस हुंदियां ने एक गल याद रखो साइन कन्वेंशनस दा मतलब हुंदा कि जिहड़ी IUPAC ਵੱਲੋਂ कुछ चीज़ां निर्धारित कीतियां गईयां IUPAC एक तुहानूं जूनियर क्लासिस दे विच पढ़िया होएगा कि IUPAC एक संस्था है जिहड़ी कैमिस्ट्री के सारे नियम जिहड़े ने या सारे रूल्स एंड रेगूलेशनस जिहड़े ने उही करदी है पक्के करदी है इन्हां दे विच साइन कन्वेंशनस ने तुसीं याद रखना है कि +-1 जिहड़ा +-1 है ਇਹ रिप्रजेंट करता है px ਤੇ py ਨੂੰ ਤੇ 0 रिप्रजेंट करता है m ਦੀ वैल्यू +-1 ਹੋਵੇ ਤੇ px ਜਾਂ py ਹੋਏਗਾ m ਦੀ वैल्यू 0 ਹੋਏ ਉਹ pz ਹੋਏਗਾ ਇਹ ਗੱਲ ਥੋੜੀ ਜਿਹੀ ਯਾਦ ਰੱਖਣੀ ਹੈ +-1 px और py 0 वैल्यू pz ਨੂੰ रिप्रजेंट करती है ਇਹ वैल्यूज़ ਦੀ रिप्रजेंटेशन ठीक है ਇਹਨੂੰ ਨੋਟ ਕਰੋ क्योंकि अगे मैं n = 3 करके दिखाना तुहानूं when n = 3 होएगा then l ਦੀਆਂ ਕਿੰਨੀਆਂ ਵੈਲਿਊਜ਼ ਆ ਗਈਆਂ ਸੀ 0 1 and 2 0 to n - 1 n = 3 3 - 1 2 0 to 2 1 ਵਿੱਚ ਆ ਗਏ 3 वैल्यूज ਹੁਣ n = 3 ਹੋਏਗਾ ਉਹਦੀਆਂ ਅੱਗੇ ਤਿੰਨ ਸਬ ਸ਼ੈਲ ਬਣੇ ਸੀਗੇ 0 1
एंड 2 डी। 1 की ओरीएंटेशन सानू पता लग गई पी एक्स पी वाई पी जेड। हुण गल आई 2 की, इन्हूं मैं रब करन लगा। हुण जिहड़ी गल आई वो 2 की गल आई। एम की वैल्यू की आ जानी है 2 इंटू 2 प्लस 1, 4 प्लस 1 इज इक्वल टू 5। ਇਹਦਾ मतलब ਇਹ 5 ओरीएंटेशनस ਹੈਗੀਆਂ ने डी ਦੀਆਂ, क्योंकि 0 ਦੀ ਇੱਕ ओरीएंटेशन, 1 ਦੀ 3 ओरीएंटेशनस। ਹੁਣ p ऑर्बिटल ਭਾਵੇਂ ਉਹ 2s ਵਿੱਚ 2 ਪ੍ਰਿੰਸੀਪਲ ਕੁਆਂਟਮ ਨੰਬਰ 2 ਦੇ ਵਿੱਚ ਹੋਵੇ, 3 ਚ ਹੋਵੇ, 4 ਚ ਹੋਵੇ, ਉਹਦੀਆਂ 3 ओरीएंटेशनस ਹੀ ਰਹਿਣੀ। ਇਹਨੂੰ ਬਾਰ-ਬਾਰ ਕੱਢਣ ਦੀ ਲੋੜ ਨਹੀਂ। ਹੁਣ ਅਸੀਂ ਦੇਖਣਾ ਕਿ 2 ਦੀ ओरीएंटेशनस ਕਿੰਨੀਆਂ ਬਣਦੀਆਂ। 2 ਕਿਹਨੂੰ ਰਿਪਰੈਜ਼ੈਂਟ ਕਰ ਰਿਹਾ ਸੀਗਾ? डी ऑर्बिटल। ठीक है, याद रखना 2 किनू रिप्रेजेंट कर रहे हैं? डी ऑर्बिटल ਨੂੰ। ਇਹਦਾ मतलब डी ऑर्बिटल ਦੀਆਂ ਅੱਗੇ 5 ओरीएंटेशनस ने। डी ऑर्बिटल ਜਿਹੜਾ ਹੈ ਉਹ ਅੱਗੇ 5 डायरेक्शंस ਲੈਂਦਾ। ਇਹ ਕਿਹੜੀਆਂ डायरेक्शंस ਨੇ? m =-l, ਆ ਫਾਰਮੂਲਾ ਲੱਗੇਗਾ, -l 2 पॉजिटिव l -2 2 पॉजिटिव 2। ਹੁਣ -2 2 पॉजिटिव 2 कितनियां वैल्यूज आएंगियां? -2 -1 0 +1 +2 5 वैल्यूज आ गई। जे 5 वैल्यूज आ गई इट मीन ए 5 ओरीएंटेशनस ਜਿਹੜੀਆਂ ਨੇ ਉਹ ਹੈਗੀਆਂ ਨੇ। ਇਹਨਾਂ 'ਚ ਇੱਕ -2 ਹੋਏਗੀ, -1 ਹੋਏਗੀ, 0 ਹੋਏਗਾ, +1 ਹੋਏਗਾ, +2 ਹੋਏਗਾ। ਇਹਦਾ मतलब डी ऑर्बिटल ਦੀਆਂ ਅੱਗੇ 5 ओरीएंटेशनस ਨੇ। और ये 5 ओरीएंटेशनस ਕਿਹੜੀਆਂ ਹੁੰਦੀਆਂ ਨੇ? मैं इस जगह पे लिखांगा हूँ। इस जगह पे ये 5 ओरीएंटेशन होंदियां ने। डी एक्स वाई, डी एक्स जेड, डी वाई जेड, डी एक्स स्क्वायर माइनस वाई स्क्वायर ते डी जेड स्क्वायर। ये 5 टाइप के डी ऑर्बिटल होंदे ने। ये याद करने पैणगे तुहानूं। डी एक्स वाई, डी एक्स जेड, डी वाई जेड, डी एक्स स्क्वायर माइनस वाई स्क्वायर ते डी जेड स्क्वायर। ये 5 टाइप के जिहड़े ने ये होंदे ने, जिहड़ियां 5 ओरीएंटेशनस ਜਿਹੜੀਆਂ ਅਸੀਂ ਲੱਭੀਆਂ ਨੇ। ਇਹ 5 ਇਸ ਤਰ੍ਹਾਂ ਦੀ ਵੈਲਿਊ ਆਏਗੀ, ਇਸ ਤਰ੍ਹਾਂ ਵੈਲਿਊ ਆ ਰਹੀ ਹੈ। ਹੁਣ ਇਹ 'ਚ ਵੀ ਸਾਈਨ ਕਨਵੈਨਸ਼ਨਸ ਦੀ ਗੱਲ ਆ ਜਾਂਦੀ ਹੈ ਕਿ ਇਹਨਾਂ 'ਚੋਂ ਡੀ ਐਕਸ ਸਕੁਅਰ ਮਾਈਨਸ ਵਾਈ ਸਕੁਅਰ ਤੇ ਡੀ ਐਕਸ ਵਾਈ, ਡੀ ਐਕਸ ਸਕੁਅਰ ਐਂਡ ਵਾਈ ਸਕੁਅਰ ਐਂਡ ਡੀ ਐਕਸ ਵਾਈ, ਇਹਨਾਂ ਦੋਵਾਂ ਦੀ ਵੈਲਿਊਜ਼ ਨੂੰ +-2 ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਇਹ बहुत इंपॉर्टेंट गल है, ਇਹਨੂੰ याद रखियो। डी एक्स जेड ते डी वाई जेड, डी एक्स जेड and dy z, these are represented by +-1 and dz square is represented by 0। ठीक है, ਇਹ ਜਿਹੜਾ +-2 है वो ਇਹਨਾਂ ਦੋਵਾਂ ਚੋਂ ਕੋਈ ऑर्बिटल हो सकता है, dxy या dx स्क्वायर माइनस वाई स्क्वायर। dxz ਤੇ dyz +-1 ਇਹਨਾਂ ਦੋਵਾਂ ਚ ਕੋਈ ऑर्बिटल हो सकता है, ਤੇ ਜਿਹੜਾ dz स्क्वायर है वो 0 रिप्रेजेंट करता है। ओके, मैं एक ਤੁਹਾਨੂੰ ਹੋਰ इंपॉर्टेंट गल दस देवां। एक क्वेश्चन काफ़ी इंपॉर्टेंट होंदा है कि किहड़ा डी ऑर्बिटल जिहड़ा डबल डबल नहीं होंदा। dz स्क्वायर, dz स्क्वायर जिहड़ा डबल डबल नहीं होंदा, ये सिंगल डबल ही होंदा। ਇਹਦਾ स्ट्रक्चर कुछ इस तरह का होंदा। ਇਹ ਬੱਚਿਆਂ ਦਾ ਖਿਡੌਣਾ ਜਿਸ ਤਰ੍ਹਾਂ ਛਣਕਣਾ ਹੁੰਦਾ, ਉਹਦੇ ਨਾਲ ਜਿਹੜਾ ਕੰਪੇਅਰ ਕੀਤਾ ਜਾਂਦਾ ਕਿ ਬੱਚਿਆਂ ਦਾ ਜਿਹੜਾ ਟੋਏ ਹੈ ਉਹਦੇ ਨਾਲ ਕੰਪੈਰੀਜ਼ਨ ਹੋ ਜਾਂਦਾ।
सिर्फ dz² ਜਿਹੜਾ ਉਹ ਡਬਲ ਡੰਬਲ ਨਹੀਂ ਹੁੰਦਾ, ਇਹਦੇ 4 ऑर्बिटल ਜਿਹੜੇ ਨੇ d ਦੇ ਡਬਲ ਡੰਬਲ ਹੁੰਦੇ ਆ। ਉਹ ਦਿਨ ਮੈਂ ਤੁਹਾਨੂੰ ਸਟਰਕਚਰ ਦੱਸ ਚੁੱਕਾ, ਸਟਰਕਚਰ ਡਿਸਕਸ ਹੋ ਚੁੱਕੀ ਹੈ। ਤੇ ਜੇ ਅਸੀਂ n = 4 ਕਰਾਂਗੇ, ਉਹ ਫਿਰ f ਦੀਆਂ ਵੈਲਿਊਜ਼ ਆਉਣਗੀਆਂ, ਉਹ 7 ਵੈਲਿਊਜ਼ ਆਉਣਗੀਆਂ। ਉਹ ਡੂ ਯੋਰਸੈਲਫ, ਤੁਸੀਂ ਆਪ ਕਰਨ ਦੀ ਕੋਸ਼ਿਸ਼ ਕਰਿਓ। ਉਹਨਾਂ ਦੇ ਨਾਮ ਵਗੈਰਾ ਯਾਦ ਨਹੀਂ ਕਰਨੇ, ਸਿਰਫ ਜਸਟ ਤੁਸੀਂ ਇਹਨਾਂ ਯਾਦ ਰੱਖਣਾ ਕਿ f ऑर्बिटल ਦੀਆਂ 7 ਓਰੀਐਂਟੇਸ਼ਨ ਹੁੰਦੀਆਂ ਨੇ, ਮਤਲਬ ਕਿ f ਜਿਹੜਾ ਉਹ 7 ਟਾਈਪਸ ਦਾ ਹੁੰਦਾ। ਇਹ ਤਾਂ ਸੀ ਮੈਗਨੈਟਿਕ ਕੁਆਂਟਮ ਨੰਬਰ ਦੀ ਗੱਲ। ਇਹਦੇ 'ਚ ਲਾਸਟ ਆਉਂਦਾ ਹੈ ਸਪਿਨ ਕੁਆਂਟਮ ਨੰਬਰ। 4th ਇਜ਼ ਸਪਿਨ ਕੁਆਂਟਮ ਨੰਬਰ। ਇਹ ਵੈਲਿਊਜ਼ ਜਿਹੜੀਆਂ ਨੇ ਮੇਰੇ ਖਿਆਲ ਤੁਹਾਨੂੰ ਪਤਾ ਲੱਗ ਚੁੱਕੀਆਂ। ਸਪਿਨ ਕੁਆਂਟਮ ਨੰਬਰ ਮੈਂ ਉੱਤੇ ਥੋੜਾ ਐਕਸਪਲੇਨ ਕਰ ਦਿੰਦਾ। इट इज रिप्रेजेंटेड बाय S। बिल्कुल आसान काम कि इलैक्ट्रॉन की प्रेजेंस जिहड़ी है वो इलैक्ट्रॉन क्लॉकवाइज भी मूव कर सकता है, वो इलैक्ट्रॉन एंटी क्लॉकवाइज भी मूव कर सकता है, क्योंकि प्रोबेबिलिटी है। क्लॉकवाइज भी वो इस तरह मूव करता होया जा सकता है, तो वो एंटी क्लॉकवाइज भी जिहड़ा मूव करता होया न्यूक्लियस के आले दुआले जिहड़ा वो प्रेजेंट हो सकता है। ਇਹਦੀ ਰਿਪਰੈਜ਼ੈਂਟੇਸ਼ਨ ਪਲੱਸ ਮਾਈਨਸ ਹਾਫ ਦੇ ਨਾਲ ਕੀਤੀ ਜਾਂਦੀ ਹੈ। ਪਲੱਸ ਮਾਈਨਸ ਹਾਫ, ਪਲੱਸ ਹਾਫ ਜੇ ਕਲੌਕਵਾਈਜ਼ ਹੈ, ਮਾਈਨਸ ਹਾਫ ਜੇ ਐਂਟੀ ਕਲੌਕਵਾਈਜ਼ ਹੈ। ਪਲੱਸ ਮਾਈਨਸ ਹਾਫ ਜਿੱਥੇ ਇੱਕ ਇਲੈਕਟ੍ਰੋਨ ਦੀ ਪ੍ਰੈਜ਼ੈਂਸ ਆਏਗੀ, ਇਟ ਮੀਨ ਉਹਦੀ ਸਪਿਨ ਹੋਏਗੀ। ਉਹ ਗੱਲ ਵੱਖਰੀ ਹੈ ਕਿ ਉਹਦੀ ਸਪਿਨ ਜਿਹੜੀ ਹੈ ਉਹ ਪਲੱਸ ਹਾਫ ਹੋਏਗੀ ਜਾਂ ਉਹਦੀ ਸਪਿਨ ਜਿਹੜੀ ਹੈ ਉਹ ਮਾਈਨਸ ਹਾਫ ਹੋਏਗੀ। मतलब कि क्लॉकवाइज है या एंटी क्लॉकवाइज है, दैट इज अनदर थिंग। ऐस करके प्लस माइनस हाफ कह दिता जाता। ठीक है, दिस इज ऑल अबाउट क्वांटम नंबर। हुण तुहानूं क्वांटम नंबर ने इलैक्ट्रॉन की प्रेजेंस न्यूक्लियस तो कितनी दूरी ते है, किहड़ी ओरीएंटेशन है, उन्हां दी डायरैक्शनस की ने, वो सब शैल किहड़े ने, यह सारी इन्फॉर्मेशन जिहड़ी है वो दे दी। एक बार दोबारा मैं रिपीट करन लगा। सब तो पहले प्रिंसीपल क्वांटम नंबर ही डिस्कस किया। प्रिंसीपल क्वांटम नंबर सानूं दसदा है कि न्यूक्लियस तो इलैक्ट्रॉन कितनी की दूरी ते, मतलब कि शैल की प्रेजेंस दसदा है। इट मे बी n = 1 2 3 and 4 and so on। एजीमुथल क्वांटम नंबर सानूं दसदा है कि ਉਹਦੇ सब शैल किहड़े ने, ਉਹਦੇ ਚ ऑर्बिटल किहड़े ने। ਇਹਨੂੰ ਤੁਸੀਂ मैं बार-बार कह रहा याद रखियो कि L ਦੀਆਂ वैल्यूज़ ਜਿਹੜੀਆਂ ਨੇ, L ਦੀ वैल्यू 0 ਹੋਵੇ, L ਦੀ वैल्यू 0 ਹੋਵੇ, S ऑर्बिटल होएगा, L की वैल्यू जी है वो 1 होवे, ते P ऑर्बिटल होएगा, L की वैल्यू 2 होवे, वो D ऑर्बिटल होएगा, L की वैल्यू 3 होवे, तो F ऑर्बिटल होएगा। यह काफ़ी इंपॉर्टेंट गल है। मतलब कि सब शैल्स पता लगे सानू। L की वैल्यू 0 एंड 0 to n - 1 0 1 जे n = 2 है, 2 वैल्यूज़ आ रही हैं, 3 है, 3 वैल्यूज़ आ रही हैं एंड सो ऑन। मैगनैटिक क्वांटम नंबर सानूं दसदा है कि जिहड़े सब शैल्स ने उन्हां दी ओरीएंटेशन की है, क्योंकि उन्हां दी अगे किहड़े किहड़े एक्सिस दे उत्ते वो लाई करदे ने ते उन्हां दी टाइप्स किहड़ियां किहड़ियां बनदियां ने। उहदे च असीं पढ़िया कि P ऑर्बिटल, S ऑर्बिटल दियां कोई ओरीएंटेशनस नहीं है। P ऑर्बिटल दियां 3 ओरीएंटेशनस बनदियां ने, प्लस माइनस, +1 -1 एंड 0, दैट इज PX PY एंड PZ। साइन कन्वेंशनस मैं दस चुका। जिहड़ा PZ है वो 0 रिप्रजेंट करता है, +-1 PX ते PY रिप्रजेंट करते हैं। n = 2 दी वैल्यूज़ ने जो करते असी वो 5 वैल्यूज़ आईयां ने, 5 ओरीएंटेशनस ने वो डिस्कस करनी है। n = 4 करांगे तो वो F दी वैल्यूज़ 7 आउणगियां, वो असी डिस्कस कर ली है। दिस इज़ ऑल अबाउट क्वांटम नंबर। देखो लैसन तकरीबन समाप्ति दे ही है, एंड हो रहा लैसन का। लैसन थोड़ा जिहा लेंथी है पर लेकिन यह बेसिक लैसन है। यह लैसन बड़े ध्यान नाल करोगे, बड़े आराम नाल करो, क्योंकि ये नाल ही कैमिस्ट्री का बेस बनना है।
ਨੈਕਸਟ ਲੈਸਨ ਜਿਹੜਾ ਵੀ ਅਸੀਂ ਕਰਨਾ ਦੈਟ ਇਜ਼ ਰਿਗਾਰਡਿੰਗ ਪੀਰੀਓਡਿਕ ਪ੍ਰੋਪਰਟੀਜ਼, ਤੁਸੀਂ ਉਹ ਜੂਨੀਅਰ ਲੈਵਲ ਤੇ ਵੀ ਕੀਤਾ, ਮੈਟ੍ਰਿਕ 'ਚ ਵੀ ਹੈਗਾ ਸੀਗਾ ਲੈਸਨ ਹੋਣਾ, ਉਹ ਕਰਨਾ ਆਸਾਨ ਹੋਏਗਾ ਜਦੋਂ ਅਸੀਂ ਇਹ ਲੈਸਨ ਕੰਪਲੀਟ ਜਿਹੜਾ ਉਹ ਚੰਗੀ ਤਰ੍ਹਾਂ ਕਰ ਲਿਆ ਹੋਵੇ। ਹੁਣ ਨੈਕਸਟ ਲੈਕਚਰ ਮੈਂ ਕੱਲ੍ਹ ਹੀ ਤੁਹਾਨੂੰ ਜ਼ਰੂਰ ਡਿਲੀਵਰ ਕਰਾਂਗਾ। ਉਹਦੇ ਵਿੱਚ ਮੈਂ ਤੁਹਾਨੂੰ ਇਹਦੇ ਕਨਫੀਗਰੇਸ਼ਨਸ ਦੇ ਰਿਗਾਰਡਿੰਗ ਦੱਸਾਂਗਾ ਕਿ ਇਹ ਜਿਹੜੇ ਹੁਣ ਆਰਬਿਟਲਸ ਦਾ ਪਤਾ ਲੱਗ ਗਿਆ, ਉਹਨਾਂ ਦੀ ਓਰੀਐਂਟੇਸ਼ਨਸ ਦਾ ਪਤਾ ਲੱਗ ਗਿਆ, ਹੁਣ ਇਹ ਇਲੈਕਟ੍ਰੋਨ ਇਹਨਾਂ ਆਰਬਿਟਲਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਉਹ ਫਿਲ ਹੁੰਦੇ ਨੇ, ਜਾਂ ਉਹ ਕਨਫੀਗਰੇਸ਼ਨ ਕਿਸ ਤਰੀਕੇ, ਕਿਹੜਾ ਰੂਲ ਜਿਹੜਾ ਉਹ ਅਪਲਾਈ ਹੁੰਦਾ, ਇਹਦੇ ਵੀ ਅੱਗੇ 2-3 ਪ੍ਰਿੰਸੀਪਲਸ ਨੇ, ਉਹ ਅਸੀਂ ਜ਼ਰੂਰ ਕੱਲ੍ਹ ਡਿਸਕਸ ਕਰਾਂਗੇ। ਅੱਜ ਲਈ ਬਸ ਇੰਨਾ ਹੀ ਬੜਾ। ਇਸ ਲੈਕਚਰ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮੱਚ।